एक बहुत ही ईमानदार ਅਤੇ सच्ची सुच्ची शख्सियत ਦੀ मालिक सरदार बचित्र सिंह गिल माही पैलेस वाले बीते दिनी अपने स्वासां ਦੀ ਪੂੰਛੀ ਨੂੰ ਖਸਦੇ ਹੋਏ परमात्मा ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰ ਮਹਿੰਦਰ ਸਿੰਘ, ਜੋਗਿੰਦਰ ਸਿੰਘ ਜੇਈ ਮੰਡੀ ਬੋਰਡ, ਗੁਰਚਰਨ ਸਿੰਘ, हरचरण कौर बराड़, महेंद्र कौर, कुलजीत सिंह काहलों, परमजीत कौर, चरणजीत सिंह सिद्धू, जगदीप सिंह, सुखदीप सिंह, सिमरनजीत, परमिंदर सिंह, मनदीप कौर, लखविंदर सिंह, अमनदीप, नवदीप सिंह, नवजीत सिंह, प्रभदीप सिंह, मनप्रीत कौर, मनदीप कौर, अभिराज, सहज, जयदीप, ईमरत, अरविंदर सिंह, गुरविंदर सिंह, कमलजीत सिंह, लवप्रीत सिंह, अमनदीप सिंह, हरजिंदर कौर, मनजिंदर कौर, रमनदीप कौर ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਪੱਤੀ ਮਹੰਤਾ ਕੋਕਰੀ ਕਲਾ ਮੋਗਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ।
सरदार बचिੱਤਰ ਸਿੰਘ जी बचपन तो ही बहुत ही होनहार प्रतिभा ਦੇ मालक सन। आप जी ने अपनी पूरी जिंदगी सख्त मेहनत की ਅਤੇ खूब नामना खटिया। आप जी गरीबां ਅਤੇ दीन दुखियां ਦੇ हमदर्द सन। हमेशा ही हर किसी ਨੂੰ दिल खोल के दान देना आप जी ਦਾ ਸੁਭਾਅ ਸੀ। आप जी हमेशा ही हर एक ਨੂੰ खिड़े मत्थे मिलिया करते सन ਅਤੇ बहुत ही खुले सुभाਅ ਦੇ मालक सन।
ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਪੜ੍ਹਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਬੱਚੇ ਇਸ ਦੇਸ਼ ਦੀ ਧਰਤੀ ਦੇ ਨਾਲ-ਨਾਲ ਵਿਦੇਸ਼ਾਂ ਦੀ ਧਰਤੀ ਤੇ ਵੀ ਆਪ ਜੀ ਦੇ ਨਾਮ ਨੂੰ ਉੱਚਾ ਚੁੱਕ ਰਹੇ ਹਨ। ਸਰਦਾਰ ਬਚਿੱਤਰ ਸਿੰਘ ਜੀ ਗੁਰੂ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ ਅਤੇ ਹਮੇਸ਼ਾ ਹੀ ਗੁਰੂ ਘਰ ਜਾਣਾ ਅਤੇ ਨਾਮ ਸਿਮਰਨ ਕਰਨਾ ਆਪ ਜੀ ਦੀ ਦਿਨਚਰਿਆ ਸੀ। ਆਪ ਜੀ ਪਿੰਡ ਦੇ ਅਗਾਂਹਵਧੂ ਆਗੂ ਸਨ। ਆਪ ਜੀ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜਿਹਦੇ ਵਿੱਚ ਹੀ ਪਰਮਾਤਮਾ ਦੀ ਅੰਸ਼ ਜਿਹਦੇ ਕਰਕੇ ਆਪਾਂ ਤੁਰੇ ਫਿਰਦੇ ਹਾਂ, ਜਿਉਂਦੇ ਜਾਗਦੇ ਦੱਸਦੇ ਹਾਂ। ਕਹੋ ਕਬੀਰ ਇਹ ਨਾਮ ਦੀ ਅੰਸ਼ ਸਭ ਉਹਦੇ ਵਿੱਚ ਜੈਸੇ ਇੱਕ ਆਗ ਤੇ ਪਰੁੱਖਾ ਕੋਕ ਆਗ ਉੱਤੇ ਨਿਆਰੇ ਨਿਆਰੇ ਹੋਏ ਕਿ ਫਿਰ ਆਗ ਦੀ ਸਮਾਏਂਗੇ। ਕਹਿੰਦੇ ਜਿਵੇਂ ਅੱਗ ਲੱਗਦੀ ਹੈ ਨਾ, ਕਿਤੇ ਚਿੰਗਾੜੀਆਂ ਭਾਂਬੜ ਉੱਡਦੇ ਆ ਤੇ ਜਿੰਨੀਆਂ ਚਿੰਗਾੜੀਆਂ ਸਮਝ ਲਓ ਆਪਾਂ ਉਹ ਚਿੰਗਾੜੀਆਂ ਆ ਤੇ ਜਿਹੜਾ ਪਰਮੇਸ਼ਵਰ ਹੈ ਉਹ ਬਲ ਰਹੀ ਅੱਗ ਵਾਂਗੂ ਹੈ। ਤੇ ਪ੍ਰਤਾਪ ਆਪਾਂ ਇੱਕ ਚਿੰਗਾੜੀ ਤੇ ਭਾਗਾਂ ਵਾਲੇ ਹੁੰਦੇ ਨੇ ਉਹ ਜੀਵ ਉਹ ਲੋਕ ਜਿਨ੍ਹਾਂ ਨੂੰ ਇਸ ਮਨੁੱਖਾ ਦੇਵੀ ਨੇ ਗਾਈਡ ਕਰਨ ਵਾਸਤੇ, ਰਾਈਟ ਦਿਖਾਉਣ ਵਾਸਤੇ ਉਹਨਾਂ ਨੂੰ ਐਸਾ ਗੁਰੂ ਮਿਲਿਆ ਹੋਵੇ। ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਰਕੇ ਸਤਿਗੁਰੂ ਮਿਲੇ ਹੋ ਤੇ ਗੁਰਬਾਣੀ ਦਾ ਚਾਨਣ ਉਹਨਾਂ ਦਾ ਮਿਲਿਆ ਹੋਵੇ। ਸ਼ਬਦ ਤੈਨੂੰ ਮਿਲਿਆ ਹੋਵੇ ਸਹਾਰਾ ਔਰ ਉਹ ਸ਼ਬਦ ਦਾ ਉਹਦੀ ਭਾਵਨਾ ਨਾਲ ਜੁੜ ਕੇ ਇਹ ਤੇਰਾ ਮਨ ਰੂਪੀ ਪੰਛੀ ਅਸਲ ਕਾਲਣੇ ਵਿੱਚ ਮੁੜਿਆ ਹੋਇਆ ਜਿਹੜਾ ਉੱਡੇ ਫਿਰਦਾ। ਇਹ ਗੁਰਬਾਣੀ ਹੈ। ਕੀ ਕਹਿੰਦੇ ਨੇ ਮਹਾਰਾਜ? ਹੁਣ ਇਸ ਮਨ ਨੂੰ ਭਟਕਾਉਣ ਵਾਲੇ ਬੜੇ ਸਾਧਨ ਨੇ ਦੁਨੀਆ ਤੇ। ਹਰ ਚੀਜ਼ ਮਨ ਨੂੰ ਵਿਚਲਿਤ ਕਰਦੀ ਹੈ, ਭਟਕਾਉਂਦੀ ਹੈ। ਕੋਈ ਕੱਪੜਾ ਦੇਖ ਲਓ, ਧਨ ਵੇਖ ਲਓ, ਧਨ ਵੇਖ ਲਓ, ਹਰ ਚੀਜ਼ ਬੰਦੇ ਦੇ ਮਨ ਨੂੰ ਭਟਕਾ ਰਹੀ ਹੈ ਕਿ ਆ ਵੀ ਮੇਰੇ ਕੋਲ ਹੋ ਗਿਆ, ਕਿ ਮੇਰਾ ਹੋ ਗਿਆ, ਕਿ ਮੇਰਾ ਹੋ ਗਿਆ। ਮੇਰੇ ਤੋਂ ਵੱਡਾ ਕੋਈ ਨਹੀਂ, ਮੇਰੇ ਤੋਂ ਚੰਗਾ ਕੋਈ ਨਹੀਂ, ਮੇਰੇ ਤੋਂ ਸਾਫ਼ ਕੋਈ ਨਹੀਂ, ਮੇਰੇ ਤੋਂ ਵਧੀਆ ਗਵਈਆ ਕੋਈ ਨਹੀਂ, ਮੇਰੇ ਤੋਂ ਵਧੀਆ ਢਾਕੀ ਕੋਈ ਨਹੀਂ, ਮੇਰੇ ਤੋਂ ਵਧੀਆ ਕਮਰਜੀ ਕੋਈ ਨਹੀਂ। ਬਸ ਆਹੀ ਝੂਠਾ ਮਾਣ ਰਹਿ ਗਿਆ ਸਾਡੇ ਕੋਲ। ਹਾਲਾਂਕਿ ਅਸੀਂ ਆਪਣੇ ਸਰੀਰਾਂ ਦੇ ਨਾਮ ਚਮਕਾਉਣ ਤੇ ਲੱਗੇ ਹੋਏ, ਸਫਲਤਾ ਤੇਰੀ ਰੂਹ ਸੀ ਕਰ ਰਹੀ। ਜਿੱਥੇ ਇਹ ਮਨ ਰੂਪੀ ਪੰਛੀ ਤੈਨੂੰ ਮੁੜਨ ਨਹੀਂ ਦਿੰਦਾ, ਧਿਆਨ ਵਿੱਚ ਮੈਨੂੰ ਲੱਗਣ ਨਹੀਂ ਦਿੰਦਾ, ਪੀਸ ਆਫ ਮਾਈਂਡ ਤੈਨੂੰ ਇਕਾਗਰਤਾ ਮਿਲਣ ਨਹੀਂ ਦਿੰਦਾ। ਇਹ ਮਨ ਵੇਖਦਾ ਰਹਿੰਦਾ, ਅੱਖਾਂ ਵੇਖਦੀਆਂ, ਅੱਖੀਂ ਵੇਖਣਾ ਰੱਜੀਆਂ ਬਹੁਤ ਰੰਗ ਤਮਾਸ਼ਾ। ਪੁਸਤਕ ਦੇਂਦਾ ਕੰਨ ਸੁਣ। ਜਦੋਂ ਬੰਦੇ ਦੀ ਕੋਈ ਵਡਿਆਈ ਕਰਦਾ ਉਹ ਇੱਕ ਖੁੱਲ ਜਾਂਦਾ, ਜਦੋਂ ਕੋਈ ਬੰਦੇ ਨੂੰ ਮਾੜਾ ਕਹਿੰਦਾ ਇੱਕ ਠੋਸ ਹੋ ਜਾਂਦਾ। ਇਹੀ ਚੀਜ਼ ਹੈ। ਪੁਸਤਕ ਦਿੰਦਾ ਕੰਨ ਸੁਣ ਤੇ ਸੁਣ ਕੇ ਕਦੇ ਰੋ ਪੈਂਦਾ ਤੇ ਕਦੇ ਹੱਸ ਪੈਂਦਾ। ਨੱਕ ਦਾ ਬੱਚਾ ਪਾਸ ਹੈ, ਗੁਰਗੰਧ ਸਵਾਸੇ ਸਾਰੀ ਜ਼ਿੰਦਗੀ ਨੱਕ ਵਾਸ਼ਨਾ ਦੇ ਪਿੱਛੇ ਲੱਗਿਆ। ਕਦੇ ਆ ਚੰਗੀ ਚੀਜ਼ ਲੱਗਦੀ, ਇਹਦੀ ਮਹਿਕ ਵਧੀਆ, ਇਹਦੀ ਫ੍ਰੈਗਰੈਂਸ ਵਧੀਆ, ਇੱਥੇ ਬਹਿਣਾ ਚੰਗਾ ਲੱਗਦਾ। ਨਖਰੇ ਫਿਰ ਸਾਡੀ ਜੀਵ ਨਾਲ ਰਚੀਆਂ ਕਰ ਭੋਗ ਵਾਸਤੇ ਜੀਵ ਮਰ ਗਈ। ਸਵਾਦਾਂ ਦੀ ਭੱਟੀ ਐਸੀ ਅੰਤਲੇ ਸਮੇਂ ਤੱਕ ਸਵਾਦ ਹੀ ਜਪਦੇ ਰਹੀ। ਆਹ ਬੜਾ ਸਵਾਦ ਲੱਗਿਆ, ਆਹ ਚੰਗਾ ਲੱਗਿਆ, ਆਹ ਬੜਾ ਮਿੱਠਾ ਲੱਗਿਆ। ਸਾਰੀ ਜ਼ਿੰਦਗੀ ਜੀਵ ਸਵਾਦਾਂ ਦੀ ਭੱਟੀ ਹੈ। ਇਹਨਾਂ ਚੀਜ਼ਾਂ ਵਿੱਚ ਹੀ ਮਨ ਉੱਡਿਆ ਫਿਰਦਾ ਹੈ ਤੇ ਸਹਿਬ ਹੁੰਦਾ ਕੀ ਕਹਿੰਦੇ ਨੇ? ਇਹ ਨਹੀਂ ਤੇਰਾ ਵੇ, ਇਹ ਨਹੀਂ ਤੇਰਾ ਵੇ, ਨਾ ਪਰਦੇਸੀਆ।
ਜਿਹੜੇ गुरु की शरण में आते हैं, गुरु तो सिक्ख्या लेंदे। इस मन की स्पीड मूरे कोई नहीं खड़ सकिया, पर जे इस मन को काबू किया तो गुरु ग्रंथ साहिब जी की गुरबाणी ने आपको सब गुरबाणी ने मन घेरिया, गुरबाणी ने मन को छितर मारिया, गुरबाणी ने मन को प्रेरणा दी। काहे भुल्यो मूर्ख गवार, क्यों मूर्खा भुलिया? मन एक न चेतस मूड मना, हर बिसरत तेरे गुण गले। करे चित नहीं आया, तेरे अंदर कौन सी? हुण सुनियो, कहते एक राजा सी, ये सिक्ख्या लायक है गल, ये कोई साखी नहीं, स्टोरी है। ਇਹਦਾ ਭਾਵ ਲੈਣਾ, ਭਾਵ देखियो। कहते राजा सी, वो बड़ा प्रतापी सी ते बड़ा नेक जन सी। कहते वडेरी उम्र हो गई, गुरु की शरण में जाता होता सी, ते गुरुदेव ने आख्या बस कर हुण अपने पुत्रां नूं संभाल दे, वो वधिया दी कमाई करन, तेनों लिया के दे ते तूं गां बरतारा चलाई जाई, बस हुण तूं भजन कर। साहब ने भी आख्या ना, जब लग जरा रोग नहीं आया, जब लग काल ग्रसी नहीं काया, तब लग रे मन त्यागो मन, उदों तक त्याग। मन मेरे भूले कपट न कीजे, अंत में मेरा तेरे जीते। कहते राजे ने मन बना लिया, अभी चले गए खेतों में एक कमरा बना लेने, उत्थे रहने, बस भजन करते हैं। वडेरी उम्र होने करके जब राजे ने देखा भी मेरिया 4 रानियां, क्यों ना एक रानी भी नाल ले चलना, भी जेड़ा प्रसादा पानी ला लिया करूँ मेरे जो कर। आज सुनियो, हम ध्यान रखियो। राजे ने 4 रानियां बुला लिया, सब तो छोटी जिहदे नाल नवां ही विआह होया सी, उस तो बड़ी, उस तो बड़ी ते सब तो बड़ी 4 रानियां। राजा सब तो पहला सब तो छोटी नूं, जेड़ी सब तो प्यारी है, ओनू बुलाउंदा है, कहंदा भी तू मेरे नाल चलेगी। मेरा मन करता कि मैं रहिंदी उम्र हुण बस बैठा भजन करा, बथेरा कमा लिया, बथेरा हंडा लिया। ये उम्र की गल है, 20 तो लेके 50
55 ਦੀ ਉਮਰ ਤੱਕ ਅੱਜ ਆਪਾਂ ਕਹਿੰਦੇ ਹਾਂ ਵੀ ਬੰਦਾ 30-35 ਸਾਲ ਵਧੀਆ ਕਮਾਈ ਕਰ ਸਕਦਾ, ਭੱਜ ਨੱਠ ਕਰ ਸਕਦਾ। ਉਸ ਤੋਂ ਬਾਅਦ ਤਾਂ ਜਰਾ ਰੋਗ ਸ਼ੁਰੂ ਹੋ ਜਾਂਦਾ। 30-35 ਸਾਲ ਬੰਦਾ ਕੰਮ ਦਾ ਤੇਰੇ ਸਰੀਰ ਨੂੰ ਵੀ ਜਿਹੜਾ ਆਲਣਾ ਇਹਦੇ ਵਿੱਚ ਛੇਦ ਹੋ ਜਾਂਦੇ ਹਨ। ਕਿਤੋਂ ਕੋਈ ਤਕਲੀਫ, ਕਿਤੇ ਕੋਈ ਦਰਦ, ਕੋਈ ਦੁੱਖ। ਤੇ ਰਾਜੇ ਨੇ ਹੁਣ ਰਾਣੀ ਨੂੰ ਪੁੱਛਿਆ ਵੀ 10 ਭਾਗਾਂ ਵਾਲੀਏ ਤੂੰ ਮੇਰੇ ਨਾਲ ਚੱਲੇਂਗੀ? ਤੇ ਅੱਗੋਂ ਉਹ ਰਾਣੀ ਕਹਿੰਦੀ ਸੱਚੀ ਗੱਲ ਤਾਂ ਇਹ ਹੈ ਰਾਜਨ, ਮੈਂ ਤੁਹਾਨੂੰ ਕੋਈ ਡਾਰਾ ਨਹੀਂ ਲਾ ਰਹੀ, ਪਰ ਜਿਹੜਾ ਮੇਰਾ ਸੰਬੰਧ ਸੀ ਨਾ ਤੇਰੇ ਘਰ ਦੇ ਸੁੱਖ ਆਰਾਮ ਨਾਲ ਜੁੜਿਆ ਹੋਇਆ ਸੀ। ਜੇ ਮੈਂ ਵਿਆਹ ਕਰਾਇਆ ਸੀ ਤੇ ਤੇਰੀ ਧਨ ਦੌਲਤ ਤੇ ਸੁੱਖ ਆਰਾਮ ਨੂੰ ਤੇ ਕਹਿੰਦੇ ਮੈਂ ਨਹੀਂ ਜਾ ਸਕਦੀ। ਰਾਜਾ ਹੈਰਾਨ ਪਰੇਸ਼ਾਨ ਹੋ ਗਿਆ ਵੀ ਸਭ ਤੋਂ ਵੱਧ ਨੇੜੇ ਮੇਰੇ ਇਹ ਜਵਾਬ ਦੇ ਗਈ ਹੈ। ਹੁਣ ਰਾਜੇ ਨੇ ਤੀਸਰੇ ਨੰਬਰ ਦੀ ਰਾਣੀ ਨੂੰ ਪੁੱਛਿਆ, ਕਹਿੰਦਾ ਵੀ ਭਾਗਾਂ ਵਾਲੀਏ ਚੱਲ ਮੇਰੇ ਨਾਲ, ਹੁਣ ਆਪਾਂ ਅਗਲਾ ਜੀਵਨ, ਅਗਲਾ ਸਮਾਂ ਭਜਨ ਕਰਾਂਗੇ। ਤੇ ਕਹਿੰਦੇ ਉਹ ਰਾਣੀ ਕੀ ਕਹਿੰਦੀ ਹੈ? ਕਹਿੰਦੀ ਜੀ ਤੁਸੀਂ ਤਾਂ ਮੈਨੂੰ ਕਦੋਂ ਦੇ ਛੱਡ ਕੇ ਨਵਾਂ ਵਿਆਹ ਕਰਾ ਲਿਆ। ਕਹਿੰਦੀ ਫਿਰ ਮੈਂ ਵੀ ਸੋਚ ਲਿਆ ਵੀ ਜਿੰਨਾ ਚਿਰ ਤੁਸੀਂ ਜਿਉਣੇ ਹੋ ਠੀਕ ਹੈ, ਜਦੋਂ ਤੁਸੀਂ ਪੂਰੇ ਹੋ ਗਏ ਮੈਂ ਨਵਾਂ ਵਿਆਹ ਕਰਾ ਲਾਂਗੀ, ਇੱਕ ਖਸਮ ਹੋਰ ਬਣਾ ਲਾਂਗੀ। ਰਾਣੀ ਨੇ ਵੀ ਕਹਿ ਦਿੱਤਾ। ਰਾਜਾ ਹੋਰ ਵੀ ਦੁਖੀ ਹੋਇਆ ਵੀ ਇੱਥੋਂ ਵੀ ਜਵਾਬ। ਹੁਣ ਰਾਜਾ ਦੂਜੇ ਨੰਬਰ ਦੀ ਰਾਣੀ ਕੋਲ ਕਹਿੰਦਾ ਵੀ ਭਾਗਾਂ ਵਾਲੀਏ ਤੂੰ ਮੇਰੇ ਨਾਲ ਚੱਲਦੀ ਹੈ? ਉਹ ਰਾਣੀ ਕੀ ਕਹਿੰਦੀ? ਕਹਿੰਦੀ ਜੀ ਮੈਂ ਅੱਜ ਤੱਕ ਤੁਹਾਡਾ ਖਾਣ ਪੀਣ ਪਹਿਨਣ ਹਟਾਉਣ ਦਾ ਸਾਰਾ ਉਹਦੀ ਡਿਊਟੀ ਸੀ, ਕੱਪੜਾ ਲੱਤਾ ਦੇਣਾ, ਪੈਸੇ ਫੜਾਉਣੇ ਜਾਂ ਕੋਈ ਕੰਮ ਐਸਾ ਕਰਨਾ, ਇਹ ਖਜ਼ਾਨਾ ਸੀ ਉਹਦੇ ਕੋਲ। ਉਹ ਕੀ ਕਹਿੰਦਾ? ਉਹ ਕਹਿੰਦੀ ਮੈਂ ਤੁਹਾਡੇ ਤੇ ਪੈਸਾ ਲਾ ਦੂੰ, ਕੁਟੀਆ ਬਣਾ ਦੂੰ, ਤੁਹਾਨੂੰ ਪ੍ਰਸ਼ਾਦਾ ਪਾਣੀ ਭੇਜ ਦਿਆ ਕਰੂੰ, ਤੁਹਾਡੇ ਕੱਪੜੇ ਇਹ ਸਾਰਾ ਸਮਾਨ ਭੇਜ ਦਿਆ ਕਰੂੰ ਡੇਲੀ। ਤੇ ਕਹਿੰਦੇ ਜੇ ਤੁਸੀਂ ਮਰ ਗਏ ਤੇ ਤੁਹਾਡਾ ਅੰਤਿਮ ਸੰਸਕਾਰ ਕਰਵਾ ਦੂੰ, ਭੋਗ ਪਾ ਦੂੰ, ਪੈਸਾ ਲਾ ਦੂੰ, ਲੰਗਰ ਲਾ ਦੂੰ, ਪਰ ਮੈਂ ਨਾਲ ਨਹੀਂ ਚੱਲਣ ਨੂੰ ਤਿਆਰ। ਹੁਣ ਇਹਨੇ ਨੂੰ ਅੰਦਰੋਂ ਇੱਕ ਬੁੜੀ ਰਾਣੀ ਦੀ ਆਵਾਜ਼ ਆਈ, ਕਹਿੰਦੀ ਜੀ ਮੈਂ ਚੱਲਦੀ ਹਾਂ ਤੁਹਾਡੇ ਨਾਲ। ਜਦੋਂ ਪਿੱਛੇ ਮੁੜ ਕੇ ਵੇਖਿਆ ਤੇ ਕੀ ਦੇਖਿਆ? ਵੱਡੀ ਮਹਾਰਾਣੀ ਸਭ ਤੋਂ ਪਹਿਲਾਂ ਵਿਆਹ ਕੇ ਲਿਆਇਆ ਸੀ ਜਿਹਨੂੰ, ਉਹ ਅੰਦਰੋਂ ਆ ਗਈ, ਬਿਰਧ ਹੋਈ ਵੀ ਬੁੜੀ ਹੋ ਗਈ। ਕਹਿੰਦੀ ਜੀ ਮੈਂ ਤੁਹਾਡੇ ਨਾਲ ਚੱਲਦੀ ਹਾਂ, ਚਲੋ ਜਿੱਥੇ ਜਾਣਾ। ਤੇ ਰਾਜਾ ਹੈਰਾਨ ਹੋ ਜਾਂਦਾ ਹੈ, ਅੱਖਾਂ ਚੋਂ ਆਪ ਮੁਹਾਰੇ ਪਾਣੀ ਨਿਕਲ ਆਉਂਦਾ। ਉਹ ਕਹਿੰਦਾ ਮੈਂ ਭੁੱਲਿਆ ਹੀ ਰਿਹਾ, ਉਹ ਤਿੰਨੇ ਰਾਣੀਆਂ ਮੇਰੇ ਨਾਲ ਪਿਆਰ ਕਰਦੀਆਂ ਹੀ ਨਹੀਂ ਸਨ, ਤੇ ਜਿਹਨੂੰ ਮੈਂ ਅੱਜ ਤੱਕ ਚੰਗਾ ਨਹੀਂ ਸਮਝਿਆ, ਆਪਦਾ ਨਹੀਂ ਸਮਝਿਆ, ਜਿਹਦੇ ਨਾਲ ਮੈਂ ਪਿੱਛਾ ਮੁੜ ਕੇ ਨਹੀਂ ਝਾਕਿਆ ਇੱਕ ਵਾਰ ਵੀ ਕੀ ਹਾਲਤ ਹੈ ਉਹਦਾ, ਕੀ ਕਰਦੀ ਹੋਏਗੀ, ਕਿਵੇਂ ਰਹਿੰਦੀ ਹੋਏਗੀ, ਕੀ ਖਾਂਦੀ ਹੋਏਗੀ, ਤੇ ਤੂੰ ਮੇਰੀ ਖਾਤਰ ਘਰ-ਬਾਰ ਛੱਡਣ ਨੂੰ ਤਿਆਰ ਹੋ ਗਈ, ਮੇਰੇ ਨਾਲ ਚੱਲਣ ਨੂੰ ਤਿਆਰ ਹੋ ਗਈ। ਉਹ ਕਹਿੰਦੀ ਹਾਂ ਤੁਸੀਂ ਹੀ ਨਹੀਂ ਝਾਕੇ ਮੇਰੇ ਵੱਲ, ਮੈਂ ਤਾਂ ਹਰ ਵੇਲੇ ਤੁਹਾਡਾ ਖਿਆਲ ਰੱਖਿਆ। ਆਖੋ ਸਤਿਨਾਮ। ਉਹ ਪਿਆਰਿਓ, ਉਹ ਰਾਣੀਆਂ ਕੌਣ ਸੀ ਸਮਝਿਓ, ਤੇ ਉਹ ਰਾਜਾ ਕੌਣ ਸੀ? ਉਹ ਰਾਣੀਆਂ ਸੀ, ਪਹਿਲੀ ਰਾਣੀ ਸੀ ਆ ਦੇਹੀ, ਆ ਚੰਮ ਜਿਹੜਾ ਸਾਨੂੰ ਲਿਫਾਫਾ ਚੜਿਆ ਸੀ।
चो ना हो। ते दूजा ये धन दौलत प्रॉपर्टियां खेत बंगले महलमाड़ियां अटारियां ये पैसा धन दौलत ये वो रानी है जिन्हें कहा मैं नवा खसम कर दांगी। जदों घर का एक मालिक मरदा है तो वो चार पुत्र वो चारे फिर मालिक बन जाते हैं। वो दो पुत्र वो दो मालिक बन जाते हैं। जे उसका एक ही होवे वो मालिक बन जाता है। साध संगत नदू मरे नार ना रोवे उस रखवारा और होवे इन्हां दा खसम तैयार बैठा। ये पैसा असीं कहने साडे नाल सानू बचा लूगा। नागे पांव दे गए जिनके लाख करोड़ वो भी नंगे पैरी गए। मैं तो देखा कहते जिन्हों के लखां ते करोड़ां सी आखो सतनाम। दूसरे स्वर्गवासी सरदार शिंदरपाल सिंह जी गिल और स्वर्गवास हो गए सन। तीसरे सरदार जोगिंदर सिंह जी जेडे जेई हैं रिटायर होए हैं थोड़ा चिर ही होया। सरदार गुरचरण सिंह जी हांगकांग इन्हां दे बच्चे सारे प्यार वाले राजा लाडी लखविंदर किंदर हांगकांग वाले के बच्चे ये सारा ही परिवार बच्चे बच्चियां तक मालिक की फुलवाड़ी बख्शी हुई फुलवाड़ी मालिक मेहर करे सब को भाना मनन का बल बख्शे सतगुरु ते उन्होंने बुजुर्गों के पाए हुए पूर्णिया से चल के जीवन सफल कर सच धर्म का मार्ग सदा अपना के रखन यही संगत वालों भी असीस होनी चाहिए है। गुरु साहब कृपा कर भुलना चुका माफ करो। गज के फतेह बुलाओ। वाहिगुरू जी का खालसा वाहिगुरू जी।
बख्शिश करके चरणा दे निवास बख्शिश करना पिछे परिवार दे सुख शांति
करवानी भाना मनन दा बल बख्शिश करना पातशाह दी कृपा करनी परिवार वालों आप जी के हजूर ते हालत दा प्रसाद हाजिर है दरपरान होवे प्रवान है प्रसाद संगत विच रखण दी आज्ञा बख्शिश करनी परिवार दी संगतां दी प्रेम भेटावां हाजरियां दरपरान करनियां सबना धर्म ग्रहण सिद्धि जीवन नामदान बख्शिश करना शुभ मनोकामना भावना संपूर्ण करनिया करो कृपा पावन हुक्मनामे बख्शिश करके निहाल करो हुक्मनामे आते चलन की समत बख्शिश करनी सुख होवे नाम चित्ते आवे से पकड़ दे सुन दे सर्बत लाहे मन होवण नानक नाम चढ़ी कला तेरे भाणे सर्बत ला वाहेगुरु जी का खालसा वाहेगुरु जी की फतेह। तनासरी महला पहला हमें आदमी है कदमी मालक मौत न जाना नानक बिन वैसा सरे जागे जी पराना हमें आदमी है कदमी महलक मौत न जाना नानक बिन वैद ससरे जागे जी पराना अंधे जीवना सास मास सब जियो तुम्हारा तू मैं खड़ा प्यारा नानक सायर एक कहत सच्चे परवरदिगारा जे तू किसे न देवी मेरे साहिबा क्या को कटा गहना नानक बिन वैसो किश पाइए पुरब लिखेगा लहना नाम खसम का चित न किया कपटी कपट कमाना जम द्वार जा पकड़ चलाया ता चलदा पछताना जब लग दुनिया बहुत ही सत्कारयोग श्री गुरु ग्रंथ साहब जी की हजूरी में गुरबिरती साध संगत जी वाहिगुरू जी का खालसा वाहिगुरू जी की फतेह। जिवें आपां सब नूं पता ही है कि सरदार बचित्र सिंह जी पिछले दिनी सानू सजीवी छुड़ा दे गए सन। अज उन्हां दी अंतिम अरदास समय असीं ठाठ पठानवाल के रागी जत्थे कोलों रागमई कीर्तन साधन किया, जिन्हां ने बहुत ही सजे ढंग के नाल सानू जीवन के यथार्थ बारे सानू किहੋ जिहा जीवन बतीत करना चाहिए है, गुरबाणी का वोट आसरा लैके सानू इन्हां ने इस ते चानना पाया। नाल ही सानू ये भी इन्हां ने चानना पाया है कि जो चीज़
बनी है, जो उपजा सो बैंस है, उसका एक दिन अंत होना है। बुल्ले साहब ने भी कहा, बोलिया कि सब मुसाफर किसी ना भाई रहना, अपनी अपनी वाट मुका के सब नूं मुड़ना पैना। उसने भी कहा जिंदगी सफर है, पर इस सफर के दौरान जिहड़े लोग अपने परिवार की तरक्की के नाल नाल समाज दे विच एक वधिया नागरिक बन के विचरते हैं, उन्होंने इस नासवान संसार को जाण के बाद भी भुलाया नहीं जाता, उन्होंने याद किया जाता। यह जिहा जीवन सी साडे वड्डे वीर सरदार बचित्र सिंह। उन्होंने मैं गुआढ़ी उन्होंने मैनू नहीं पता भी उन्होंने किसी नाल लड़ाई झगड़ा तो एक पास रहा, आपकी जबान के विचों किसी नूं कदे माड़ा शब्द भी किया हो। परिवार के लिए उन्होंने जो किया वो अपने सामने। उन्होंने एक सधारण परिवार के जन्म लिया सी। इत्थे पहला अपने पिता के नाल काम धंधिਆਂ ਦੀ सांझ पाई, उस तो बाद आपके परिवार की वागडोर संभाली। इत्थे जदों उन्होंने देखा भी परिवार हम अपने पैरों सिर आ, तो वड्डी लड़की का रिश्ता उन्होंने हांगकांग किया, फिर आप हांगकांग चले गए। उत्थे सख्त मेहनत की, उसी मेहनत का सदका फिर जदों इत्थे आए, इन्होंने परिवार नूं खेती के जंजाल तो कढ़न दे लई जां परिवार के कित्ते बनने के लिए इन्होंने मैरिज पैलेस की स्कीम बना के बच्चों नूं मैरिज पैलेस जिहड़ा सीगा वो बना के दिता। आपां देखते हैं बई परिवार जिहड़ा हैगा इहदे विच बहुत ही सारे काम जिहड़े हैगे आ उसकी रहनुमाई उसके सलाह मशवरे के नाल ही होंदे सी। उन्हां दा परिवार दे विच बहुत मान सत्कार सी। ਇਹ ਜਿਹੇ ਬੰਦੇ ਜਦੋਂ ਇਸ ਵਿਦਾਇਗੀ ਵਿਦਾ ਹੁੰਦੇ ਆ ਤਾਂ ਉਹ ਇਕੱਲਾ ਪਰਿਵਾਰ ਨੂੰ ਵੀ ਘਾਟਾ ਨਹੀਂ ਪੈਂਦਾ, ਉਹਨਾਂ ਦਾ ਇੱਥੋਂ ਜਾਣ ਦਾ ਘਾਟਾ ਸਾਰੇ ਸਮਾਜ ਨੂੰ ਪੈਂਦਾ ਹੈ। पर गुरबाणी का कथन है, जिसकी बात सोई रह जाएगा रोज किसी दो कीजे, गुरमुख होए सो पाना मने सहजे तरस कीजे। इसलिए सानू ये अखीर जिहड़ा दान पुत का पाना है वो मनना ही पैना है। उन्हों का विछोड़ा जिहड़ा हैगा वो भावें भुलाया नहीं जा सकता, पर उस दे अगे कीता भी कुछ नहीं जा सकता। आदमी कहते जीवन के तीन चीज़ों की लोड़ पैंती है, पहला पैसा, दूजा औलाद है, तीजी शोहरत। ये तीनों चीज़ां की रज के उन्होंने हिस्से हैं। पहला पैसा आप देखते हैं परिवार की स्थिति की स्थिति है, कितों उठा सी उन्होंने जो यदि वांगडोर संभाली तो जिस स्थान से अज बच्चों वो छड़ के गए आ वो किसी को गुजर गया। बहुत मेहनत की उन्होंने, इन्हों की बहुत सजी अगवाई की। दूसरा जी औलाद उन्होंने 4 बेटे ते 3 बेटे, उन्होंने इन्हों अच्छी एजुकेशन दवाई। वड्डा लड़का सरदार महेंद्र सिंह जदों वो उत्थों हांगकांग तो आ गए तो ये हांगकांग चले गए सी, पर जदों छोटे लड़के चंद्रपाल सिंह की मौत हुई तो इन्हों के आदेश में मानते हुए, क्योंकि वो घाटा जोड़ा सी पूरा तो नहीं किया जा सकता सी, इन्होंने उन्होंने उत्तों सद लिया क्योंकि इतने जोड़ा कामकार से वो संभालना औखा सी। तो महेंद्र सिंह ने इतने आके जोड़ा चंद्रपाल सिंह की खेतीबाड़ी की होर जिन्ना घर के कामकार से वो सारी वागडोर आके इन्होंने संभाली, स्थिति अगवाई परिवार में। उस बाद सरदार जोगिंदर सिंह अपन पता है
ਵੀ ਇਹ ਮੰਡੀਕਰਨ ਬੋਰਡ ਦੇ ਵਿੱਚ ਜੇਈ ਸਨ, ਥੋੜ੍ਹੇ ਦਿਨ ਹੋਏ ਆ ਇਹ ਰਿਟਾਇਰ ਹੋਏ ਆ। ਇਹਨਾਂ ਨੇ ਆਪਾਂ ਨੂੰ ਪਤਾ ਵੀ ਬਹੁਤ ਹੀ ਵਧੀਆ ਢੰਗ ਦੇ ਨਾਲ, ਬਹੁਤ ਹੀ ਇਮਾਨਦਾਰੀ ਦੇ ਨਾਲ ਆਪਣੀ ਸੇਵਾ ਨਿਭਾਈ। ਉਸ ਕੋਲ ਛੋਟੇ ਗੁਰਚਰਨ ਸਿੰਘ ਉਹ ਆਮ ਕੰਮ, ਯਾਨੀ ਉਹਨਾਂ ਨੇ ਇਹਦੇ ਪਿਤਾ ਜਿਹੜਾ ਨਾ ਉਹ ਘਰ ਦਾ ਦਿਮਾਗ ਹੁੰਦਾ, ਉਹਨਾਂ ਨੇ ਬੱਚਿਆਂ ਨੂੰ ਇੱਕੋ ਕੰਮ 'ਤੇ ਨਹੀਂ ਲਾਇਆ, ਇਹਨਾਂ ਨੂੰ ਅੱਡ ਅੱਡ ਥਾਵਾਂ 'ਤੇ ਉਹਨੇ ਕੰਮ ਵੰਡਦੇ ਤਾਂ ਕਿ ਇਹਨਾਂ ਦੇ ਵਿੱਚ ਜਿਹੜਾ ਆਸ ਏਕਤਾ ਬਣੀ ਰਹੇ ਅਤੇ ਆਪੋ ਆਪਣੇ ਕੰਮ ਦੇ ਵਿੱਚ ਲੱਗੇ ਰਹੇ। ਤੀਸਰਾ ਹੈਗਾ ਸ਼ੋਹਰਤ। ਆਪਾਂ ਦੇਖਦੇ ਇਸ ਪਰਿਵਾਰ ਦਾ ਆਪਣੇ ਪਿੰਡ 'ਚ ਹੀ ਨਹੀਂ, ਆਲੇ ਦੁਆਲੇ ਸਾਰੀਆਂ ਪਾਰਟੀਆਂ ਨੇ, ਸਾਰੇ ਲੀਡਰ ਜਿਹੜੇ ਹੈਗੇ ਆ ਇੱਥੇ, ਕਿਉਂਕਿ ਆਹ ਐਜੂਕੇਸ਼ਨ ਚੱਲਦਾ, ਕਿਸਾਨਾਂ ਦਾ ਚੱਲਦਾ ਹੈਗਾ, ਉਸ ਕਰਕੇ ਇੱਕ ਆਹ ਬਿਮਾਰੀ ਦਾ ਕਰਕੇ ਇੱਥੇ ਸਾਰੇ ਹੀ ਬਿਨਾਂ ਪਾਰਟੀ ਦੇ ਭੇਦਭਾਵ ਤੋਂ ਸਾਰੇ ਹਾਜ਼ਰੀ ਲਵਾ ਕੇ ਗਏ। ਸ਼ੋਹਰਤ ਵੀ ਇਹਨਾਂ ਨੇ ਰੱਖ ਦਿੱਤੀ। ਕਹਿੰਦੇ ਜਿਹੜੇ ਪਰਿਵਾਰਾਂ ਦੇ ਵਿੱਚ ਇੱਕ ਬਜ਼ੁਰਗਾਂ ਦਾ ਸਨਮਾਨ ਆ, ਮਾਨ ਸਨਮਾਨ ਆ, ਉੱਥੇ ਬਜ਼ੁਰਗ ਵੀ ਲੰਮੀ ਉਮਰ ਹੁੰਦੀ। ਇਹੀ ਕਾਰਨ ਸੀ ਸਰਦਾਰ ਭਗਤ ਸਿੰਘ ਦੇ ਲੇਖੇ ਬਚਪਨ, ਜਵਾਨੀ ਅਤੇ ਵਡੇਪਾ। ਉਹ ਖੁਸ਼ਕਿਸਮਤ ਇਨਸਾਨ ਸੀ, ਉਹਨਾਂ ਨੂੰ ਇਹ ਤਿੰਨੇ ਚੀਜ਼ਾਂ ਭੋਗਣ ਦਾ ਜਿਹੜਾ ਹੈਗਾ ਮਾਣ ਪ੍ਰਾਪਤ ਹੋਇਆ। ਮਾਪੇ ਕਹਿੰਦੇ ਕਿਸੇ ਹੱਦ ਤੋਂ ਨਹੀਂ ਮਿਲਦੇ, ਇਹਨਾਂ ਦੀ ਜਿੰਨੀ ਸੇਵਾ ਕੀਤੀ ਜਾਵੇ ਉਹ ਥੋੜ੍ਹੀ ਹੋ। ਮਗਰਲਾ ਸਮਾਂ ਉਹਨਾਂ ਦਾ ਕੁਛ ਉਹਨਾਂ ਨੇ ਤਕਲੀਫ ਦੇ ਵਿੱਚ ਕੱਟਿਆ, ਪਰ ਇਸ ਪਰਿਵਾਰ ਨੇ ਸਾਡਾ ਆਉਣਾ ਜਾਣਾ ਜਾਇਜ਼ ਘਰੇ, ਇਸ ਪਰਿਵਾਰ ਨੇ ਕਦੇ ਵੀ ਉਹਨਾਂ ਨੂੰ ਬੈਠ ਨਹੀਂ ਸੀ ਦਿਖਾਈ, ਬੰਦਾ ਰੱਖ ਕੇ ਦਿੱਤਾ ਉੱਤੇ। ਆਪ ਸਾਰਾ ਪਰਿਵਾਰ ਜਿਹੜਾ ਸੀਗਾ ਉਹਨਾਂ ਦੀ ਸੇਵਾ ਦੇ ਵਿੱਚ, ਨੂੰਹਾਂ ਕੀ, ਪੁੱਤ ਕੀ, ਸਾਰੇ ਜਾਣੇ ਉਹਨਾਂ ਦੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਸੀ। ਹਰ ਵੇਲੇ ਉਹਨਾਂ ਦੇ ਕੋਲ ਸਰਦਾਰ ਮਹਿੰਦਰ ਸਿੰਘ ਜਿਹੜੇ ਸੀ, ਕਿਉਂਕਿ ਜੋਗਿੰਦਰ ਸਿੰਘ ਤਾਂ ਸਰਵਿਸ 'ਤੇ ਸੀ, ਹਰ ਵੇਲੇ ਉਹਨਾਂ ਦੇ ਕੋਲ ਬੈਠੇ। ਜਾਣੀ ਇਹਨਾਂ ਨੇ ਸਾਰੇ ਕੰਮ ਧੰਦੇ ਛੱਡ ਕੇ ਉਹਨਾਂ ਦੀ ਸੇਵਾ ਕਰਨੀ ਪੂਰਾ ਧਿਆਨ। ਇਸ ਲਈ ਇਹਦੇ ਪਰਿਵਾਰ ਦੀ ਵੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਹ ਥੋੜ੍ਹੀ ਹੈ। ਮੈਂ ਤੁਹਾਡਾ ਬਹੁਤਾ ਸਮਾਂ ਨਾ ਲੈਂਦਾ ਹੋਇਆ ਅੰਤ ਵਿੱਚ ਆਪਾਂ ਸੰਗਤ ਦੀ ਅਰਦਾਸ ਕੀਤੀ ਹੈ। ਇੱਕ ਵਾਰੀ ਫਿਰ ਇਹ ਹੀ ਅਰਦਾਸ ਕਰਕੇ ਆਪਾਂ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਗ ਇਹ ਉਹ ਸੱਜਣ ਅਸੀਂ ਸੜੀਆਂ ਹੋਵੇ ਸਾਹਿਬ ਸੁਮੇਲ। ਆਪਾਂ ਫਿਰ ਅਰਦਾਸ ਕਰਕੇ ਇਹ ਪਰਮਾਤਮਾ ਉਹ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ, ਇਸ ਪਰਿਵਾਰ ਨੂੰ, ਆਂਢ ਗੁਆਂਢ ਨੂੰ ਅਤੇ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ। ਇਸ ਪਰਿਵਾਰ ਦੇ ਨਾਲ ਸਾਂਝ ਰੱਖਦੇ ਹੋਏ ਜਥੇਦਾਰ ਕੁਲਤਾ ਸਿੰਘ ਜੀ, ਸਾਬਕਾ ਮੰਤਰੀ ਪੰਜਾਬ ਸੁਖਜੀਤ ਸਿੰਘ ਜੀ ਲੋਹਗੜ੍ਹ, MLA ਧਰਮਕੋਟ ਸਰਦਾਰ ਦਰਸ਼ਨ ਸਿੰਘ ਜੀ ਬਰਾੜ, MLA ਬਾਘਾ ਪੁਰਾਣਾ, ਉਹ ਹਾਜ਼ਰੀ ਲਵਾ ਕੇ ਇੱਥੋਂ, ਕਿਉਂਕਿ ਅੱਜ ਇੱਥੇ ਆਪਣੇ ਵਧਣੀ ਕਲਾਂ ਕੋਈ ਨਜ਼ਾਰਾ ਹੈਗਾ ਇਕੱਠਾ, ਉੱਥੇ ਉਹਨਾਂ ਨੇ ਜਾਣਾ ਸੀ, ਉਹ ਸਾਰੇ ਚਲੇ ਗਏ। ਇਸ ਪਰਿਵਾਰ ਤੋਂ ਛੁੱਟੀ ਲੈ ਕੇ ਗਏ। ਡਾਕਟਰ ਕੁਲਦੀਪ ਸਿੰਘ ADO ਮੋਗਾ ਆਪਣੇ ਰਾਏ ਵਾਲੇ, ਉਹ ਵੀ ਇੱਥੇ ਪਹੁੰਚੇ ਆ। ਅਸੀਂ ਉਹਨਾਂ ਦੇ ਇੱਥੇ ਪਹੁੰਚਣ 'ਤੇ ਬਹੁਤ ਉਹਨਾਂ ਨੂੰ ਜੀਆਂ ਕਹਿੰਦੇ ਹਾਂ। ਡਾਕਟਰ ਮਨਜੀਤ ਸਿੰਘ ਉਹ ਵੀ ਇੱਥੇ ਪਹੁੰਚੇ ਆ, ਚੀਫ ਐਗਰੀਕਲਚਰ ਅਫਸਰ, ਅਸੀਂ ਉਹਨਾਂ ਦਾ ਵੀ ਇੱਥੇ ਪਹੁੰਚਣ 'ਤੇ ਬਹੁਤ ਧੰਨਵਾਦ ਕਰਦੇ ਹਾਂ। ਸਰਦਾਰ ਜਗਸੀਰ ਸਿੰਘ ਜੀ ਗੰਡੂ, ਐਕਸੀਅਨ ਮੰਡੀਕਰਨ ਬੋਰਡ ਮੋਗਾ, ਉਹ ਵੀ ਹਾਜ਼ਰੀ ਲਵਾ ਕੇ ਕੋਈ ਜ਼ਰੂਰੀ ਕੰਮ ਦੇ ਕਾਰਨ ਚਲੇ ਗਏ। ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਰਦਾਰ ਜੋਗਿੰਦਰ ਸਿੰਘ SDO ਮੰਡੀਕਰਨ ਬੋਰਡ ਮੋਗਾ, ਉਹ ਵੀ ਸ਼ਾਇਦ ਹਾਜ਼ਰੀ ਲਵਾ ਕੇ ਚਲੇ ਗਏ, ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਰਦਾਰ ਗੁਰਨਾਮ ਸਿੰਘ ਜੀ
ਵਿਰਕ ਸਰਦਾਰ ਗੁਰਨਾਮ ਸਿੰਘ ਜੀ ਫਤਿਹਗੜ੍ਹ ਮਲੂਰ ਤੋਂ ਉਹ ਵੀ ਇੱਥੇ ਹਾਜ਼ਰ ਆ। ਅਸੀਂ ਉਹਨਾਂ ਦਾ ਵੀ ਇੱਥੇ ਪਹੁੰਚਣ 'ਤੇ ਬਹੁਤ ਧੰਨਵਾਦ ਕਰਦੇ ਹਾਂ। ਇਸ ਪਰਿਵਾਰ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਕੁਝ ਸੰਸਥਾਵਾਂ ਨੂੰ ਦਾਨ ਕੀਤਾ ਹੈ, ਜਿਨ੍ਹਾਂ ਦੇ ਨਾਂ ਸਰਕਾਰ ਹਨ ਗੁਰਦੁਆਰਾ ਘਾਟ ਖਾਨਵਾਲ 5100 ਰੁਪਏ, ਗੁਰਦੁਆਰਾ ਸੈਂਟਰ ਕੋਕਰੀ ਕਲਾਂ 1100 ਰੁਪਏ, ਸ਼ਿਵ ਮੰਦਰ ਕੋਕਰੀ ਕਲਾਂ 1100 ਰੁਪਏ, ਨਸੀਬ ਕੋਕਰੀ ਕਲਾਂ 1100 ਰੁਪਏ, ਗੁਰਦੁਆਰਾ ਰਵਿਦਾਸੀਆਂ ਦਾ ਪਤੀ ਨੰਗਲ 1100 ਰੁਪਏ, ਧਰਮਸ਼ਾਲਾ ਮਜਬੀ ਸਿੱਖ ਪਤੀ ਨੰਗਲ 1100 ਰੁਪਏ, ਗੁਰਦੁਆਰਾ ਬਾਬਾ ਜੀਵਨ ਸਿੰਘ ਉਹ ਜਿਹੜਾ ਪ੍ਰਾਇਮਰੀ ਸਕੂਲ ਕੋਲੇ ਆ ਉਸ ਨੂੰ ਵੀ 1100 ਰੁਪਏ, ਗੁਰਦੁਆਰਾ ਬਾਬਾ ਗੁਰਦਾਸ ਜੀ 1100 ਰੁਪਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਉਸ ਨੂੰ ਵੀ 1100 ਰੁਪਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕੋਕਰੀ ਕਲਾਂ ਉਹਨੂੰ ਵੀ 1100 ਰੁਪਏ। ਇਹਨਾਂ ਸੰਸਥਾਵਾਂ ਨੂੰ ਦਾਨ ਦਿੱਤਾ ਗਿਆ। ਮੈਂ ਇਹਨਾਂ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ। ਨਾਲ ਹੀ ਜਿਹੜੀ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਪਤੀ ਵੀ ਕੀਤਾ ਹੈ, ਉਹ ਆਪਾਂ ਗੁਰਦੁਆਰਾ ਸਾਹਿਬ ਜਿੱਥੇ ਦੇਖੇ ਹਾਂ, ਇੱਥੇ ਅੱਗੇ ਬਰਾਂਡਾ ਬਣਿਆ, ਇਹ ਵੀ ਇਹਨਾਂ ਦੀ ਦੇਣ ਆ। ਹੁਣ ਇਹਨਾਂ ਨੇ ਇੱਕ ਸਟੀਲ ਦਾ ਸ਼ੈੱਡ ਜਿਹੜਾ 50 ਫੁੱਟ ਤੇ 15 ਲੰਮਾ 15 ਫੁੱਟ ਚੌੜਾ, ਉਹ ਵੀ ਇਹਨਾਂ ਨੇ ਇੱਥੇ ਬਣਵਾ ਕੇ ਦੇਣਾ ਹੈ। ਮੈਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਮਹੰਤਾ ਪਤੀ ਦੇ ਸੀਗੇ ਆ, ਉਹਨਾਂ ਲਈ ਵੀ ਇਹਨਾਂ ਨੇ ਸਟੀਲ ਦਾ ਸ਼ੈੱਡ 40 ਫੁੱਟ ਤੇ 30 ਇਹ ਤਕਰੀਬਨ ਇਹ ਬਣਵਾ ਕੇ ਦੇਣਾ ਹੈ। ਇਹਨਾਂ ਦੀ ਜਿਹੜੀ ਟੋਟਲ ਲਾਗਤ ਆ ਉਹ ਜਿਹੜੀ ਐਸਟੀਮੇਟ ਲਾਇਆ ਉਹ 2 ਲੱਖ ਤੋਂ ਜ਼ਿਆਦਾ ਬਣਦੀ ਹੈ। ਮੈਂ ਪਰਿਵਾਰ ਦਾ ਉਸ ਕਮੇਟੀ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇਹਨਾਂ ਨੇ ਬਹੁਤ ਤਕੜਾ ਉਪਰਾਲਾ ਕੀਤਾ ਹੈ, ਜਿਹੜਾ ਇਹਨਾਂ ਦੋਵਾਂ ਸੰਸਥਾਵਾਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਸੀ ਅਤੇ ਇਹ ਇਹਨਾਂ ਨੇ ਆਪ ਦੇ ਕੋਲੋਂ ਬਣਵਾਉਣ ਦਾ ਇਹਨਾਂ ਨੇ ਪੇਸ਼ਕਸ਼ ਕੀਤੀ। ਫਿਰ ਸਰਦਾਰ ਰਜਿੰਦਰ ਸਿੰਘ ਢੱਲਾ, ਜਥੇਦਾਰ ਤੋਤਾ ਸਿੰਘ ਜੀ ਦੇ ਪੀਏ ਆ ਜਿਹੜੇ, ਉਹ ਵੀ ਹੁਣ ਇੱਥੋਂ ਹਾਜ਼ਰੀ ਲਗਾ ਕੇ ਗਏ ਆ। ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਗਤਾਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਡੀਕੇ ਅਤੇ ਧੰਨਾ ਸਿੰਘ ਜੀ, ਉਹ ਵੀ ਬਿਜ਼ੀ ਹੋਣ ਕਾਰਨ ਇੱਥੇ ਪਹੁੰਚ ਨਹੀਂ ਸਕੇ। ਉਹਨਾਂ ਦਾ ਵੀ ਸ਼ੋਕ ਸੰਦੇਸ਼ ਸਾਨੂੰ ਪਹੁੰਚਿਆ। ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਰਿਵਾਰ ਵੱਲੋਂ ਸਾਰੀ ਸੰਗਤ, ਤੁਸੀਂ ਇਹੋ ਜਿਹੇ ਹਾਲਾਤ ਦੇ ਵਿੱਚ ਮੌਤ ਵਾਲੇ ਦਿਨ ਤੋਂ ਲੈ ਕੇ ਅੱਜ ਤੱਕ ਇਸ ਪਰਿਵਾਰ ਦੇ ਨਾਲ ਜੁੜੇ ਰਹੇ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਪਹੁੰਚਣ ਦੇ ਅੱਜ ਉਸ ਦਾ ਵੀ ਬਹੁਤ ਬਹੁਤ ਧੰਨਵਾਦ। ਪਰਿਵਾਰ ਵੱਲੋਂ ਸਾਰੀ ਸੰਗਤ ਨੂੰ, ਪਿੰਡ ਵਾਲਿਆਂ ਨੂੰ ਵੀ, ਜਿਹੜੇ ਮਹਿਮਾਨ ਆਏ ਆ ਦੂਰੋਂ ਨੇੜਿਓਂ, ਉਹਨਾਂ ਨੂੰ ਵੀ ਬੇਨਤੀ ਆ ਵੀ ਸਾਰਿਆਂ ਨੇ ਗੁਰੂ ਕਾ ਲੰਗਰ ਛਕ ਕੇ ਜਾਣਾ। ਸਾਰਿਆਂ ਲਈ ਗੁਰੂ ਕਾ ਲੰਗਰ ਤਿਆਰ ਆ। ਇਹ ਮਿਹਰਬਾਨੀ ਜ਼ਰੂਰ ਕਰਨੀ। ਜੇ ਬੋਲਦਿਆਂ ਇੱਥੋਂ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਤਾਂ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ।